ਇੱਕ ਵਾਰ ਦੀ ਗੱਲ ਹੈ, ਇੱਕ ਨਗਰ ਦੇ ਵਿੱਚ ਬਹੁਤ ਹੀ ਨਿਆਂ ਪਸੰਦ ਰਾਜਾ ਰਹਿੰਦਾ ਸੀ। ਰਾਜੇ ਦਾ ਨਾਮ ਰਾਜਾ ਬਹਿਰਾਮ ਸੀ। ਰਾਜੇ ਦੀ ਪ੍ਰਜਾ ਬੜੀ ਖੁਸ਼ ਸੀ। ਰਾਜਾ ਦਿਨ ਵੇਲੇ ਦਰਬਾਰ ਸੰਭਿਆ ਕਰਦਾ ਸੀ ਤੇ ਰਾਤ ਦੇ ਵੇਲੇ ਭੇਸ ਵਟਾ ਕੇ ਕਿਸੇ ਹੋਰ ਰੂਪ ਦੇ ਵਿੱਚ ਉਹ ਆਪਣੇ ਰਾਜ ਦੇ ਵਿੱਚ ਨਿਕਲ ਜਾਇਆ ਕਰਦਾ। ਕਦੀ ਕਿਸੇ ਨਗਰ ਵਿੱਚ, ਕਦੀ ਕਿਸੇ ਪਿੰਡ ਵਿੱਚ, ਕਦੀ ਕਿਸੇ ਸ਼ਹਿਰ ਵਿੱਚ। ਉਹ ਰਾਤ ਵੇਲੇ ਜਾ ਕੇ ਦੇਖਿਆ ਕਰਦਾ ਸੀ, ਲੋਕਾਂ ਦੇ ਨਾਲ ਗੱਲਬਾਤ ਕਰਿਆ ਕਰਦਾ ਸੀ ਭੇਸ ਵਟਾ ਕੇ ਕਿ ਮੇਰੇ ਲੋਕ ਕਿਹੋ ਜਿਹਾ ਮਹਿਸੂਸ ਕਰਦੇ ਨੇ, ਕੀ ਉਹਨਾਂ ਦੀਆਂ ਤੰਗੀਆਂ ਨੇ, ਕਿਹੜੀ ਚੀਜ਼ ਉਹਨਾਂ ਲਈ ਵਧੀਆ ਹੋ ਰਹੀ ਹੈ ਤੇ ਕਿਹੜੀ ਚੀਜ਼ ਉਹਨਾਂ ਦੇ ਲਈ ਵਧੀਆ ਕਰਨ ਦੀ ਜ਼ਰੂਰਤ ਹੈ। ਇਸੇ ਤਰੀਕੇ ਦੇ ਨਾਲ ਇੱਕ ਰਾਤ ਜਦੋਂ ਉਹ ਭੇਸ ਵਟਾ ਕੇ ਆਪਣੇ ਦਰਬਾਰ ਤੋਂ ਥੋੜ੍ਹੀ ਦੂਰ ਹੀ ਜਾ ਰਿਹਾ ਸੀ ਤਾਂ ਉਸਨੇ ਕੀ ਦੇਖਿਆ ਕਿ ਦੋ ਸਾਧੂ ਆਪਸ ਵਿੱਚ ਲੜਾਈ ਕਰ ਰਹੇ ਸਨ। ਲੜਾਈ ਵੀ ਕੀ, ਉਹ ਬਹਿਸ ਹੀ ਕਰ ਰਹੇ ਸਨ ਇੱਕ ਛੋਟੀ ਜਿਹੀ ਗੱਲ ਪਿੱਛੇ। ਇੱਕ ਸਾਧੂ ਕਹਿ ਰਿਹਾ ਸੀ ਕਿ ਲੇਖ ਮਹਾਨ ਹੁੰਦੇ ਨੇ, ਲੇਖ ਤੋਂ ਵੱਡਾ ਕੁਛ ਨਹੀਂ, ਤੇ ਦੂਜਾ ਸਾਧੂ ਕਹਿੰਦਾ ਹੈ ਕਿ ਨਹੀਂ, ਕਰਮ ਵੱਡਾ ਹੈ, ਕਰਮ ਕਰਕੇ ਲੇਖ ਬਦਲੇ ਜਾ ਸਕਦੇ ਨੇ। ਪਹਿਲਾ ਸਾਧੂ ਕਹਿੰਦਾ ਹੈ ਕਿ ਨਹੀਂ, ਜਿਹੜੇ ਲੇਖ ਸਾਡੇ ਜੰਮਣ ਵੇਲੇ ਸਾਡੇ ਲਈ ਲਿਖੇ ਗਏ ਉਹਨਾਂ ਨੇ ਤਾ ਉਮਰ ਸਾਡੇ ਨਾਲ ਰਹਿਣਾ ਹੈ, ਉਸਨੂੰ ਕੋਈ ਨਹੀਂ ਬਦਲ ਸਕਦਾ। ਅਸੀਂ ਜਿੰਨਾ ਮਰਜ਼ੀ ਯਤਨ ਕਰੀਏ, ਜਿੰਨਾ ਮਰਜ਼ੀ ਪ੍ਰਯਾਸ ਕਰੀਏ, ਲੇਖ ਸਾਡੇ ਨਾਲ ਰਹਿਣਗੇ। ਲੇਖਾਂ ਨੇ ਸਾਡੇ ਨਾਲ ਅੰਤਿਮ ਸਾਹ ਤੱਕ ਇੰਨ ਬਿੰਨ ਉਸੇ ਤਰ੍ਹਾਂ ਨਿਭਾਉਣੀ ਹੈ ਜਿਵੇਂ ਸਾਡੇ ਨਾਲ ਜਨਮ ਵੇਲੇ ਸਨ। ਦੂਜਾ ਸਾਧੂ ਕਹਿੰਦਾ ਨਹੀਂ ਭਾਈ, ਇਹ ਤੇਰੀ ਜਿਹੜੀ ਮਾਨਤਾ ਹੈ ਉਹ ਗਲਤ ਹੈ। ਅਸੀਂ ਜਿਵੇਂ ਜਿਵੇਂ ਕੰਮ ਕਰਦੇ ਜਾਵਾਂਗੇ ਲੇਖ ਉਵੇਂ ਉਵੇਂ ਬਦਲਦੇ ਜਾਣਗੇ। ਲੇਖਾਂ ਦਾ ਸੰਬੰਧ ਸਿੱਧੇ ਸਿੱਧੇ ਤੌਰ ਤੇ ਕਰਮ ਨਾਲ ਹੈ। ਸਾਡੇ ਲਈ ਪਰਮਾਤਮਾ ਨੇ ਜੋ ਕੁਛ ਤੈਅ ਕੀਤਾ ਹੈ ਉਹ ਸਾਡੇ ਕੰਮਾਂ ਨੂੰ ਵੇਖ ਕੇ ਬਦਲਦਾ ਰਹਿੰਦਾ ਹੈ। ਇਹਨੇ ਦੇ ਵਿੱਚ ਭੇਸ ਬਦਲਿਆ ਹੋਇਆ ਉਹ ਰਾਜਾ, ਜਿਹੜਾ ਹੁਣ ਇੱਕ ਸਧਾਰਨ ਵਿਅਕਤੀ ਦੀ ਵੇਸ਼ ਭੂਸ਼ਾ ਦੇ ਵਿੱਚ ਸੀ, ਉਹ ਉਹਨਾਂ ਦੇ ਵਿੱਚ ਜਾ ਕੇ ਖੜਾ ਹੋਇਆ। ਜਾ ਕੇ ਪੁੱਛਿਆ, ਦੋਵਾਂ ਨੂੰ ਨਮਸਕਾਰ ਕੀਤੀ ਕਿ ਸਾਧੂ ਮਹਾਰਾਜ, ਕੀ ਗੱਲ ਹੈ, ਕਿਸ ਗੱਲ ਤੋਂ ਇੰਨੀ ਗਰਮਾ ਗਰਮੀ ਕਰ ਰੱਖੀ ਹੈ, ਕਿਉਂ ਇੰਨਾ ਬਹਿਸ ਰਹੇ ਹੋ? ਤੁਸੀਂ ਤੇ ਸਿਆਣੇ ਲੋਕ ਹੋ, ਮੈਨੂੰ ਦੱਸੋ, ਮੈਂ ਤੁਹਾਡੀ ਕੋਈ ਮਦਦ ਕਰ ਸਕਦਾ? ਤਾਂ ਉਹਨਾਂ ਸਾਧੂਆਂ ਨੇ ਆਪਣੀ ਜਿਹੜੀ ਸਾਰੀ ਸਮੱਸਿਆ ਸੀ ਉਸ ਦੇ ਅੱਗੇ ਰੱਖ ਦਿੱਤੀ। ਹੁਣ ਗੱਲ ਸੁਣ ਕੇ ਰਾਜਾ ਬਹਿਰਾਮ ਵੀ ਚਿੰਤਾ ਦੇ ਵਿੱਚ ਪੈ ਗਿਆ ਕਿ ਮੈਂ ਇਸ ਦਾ ਕੀ ਉੱਤਰ ਦਿਆਂ। ਪਹਿਲਾਂ ਉਹ ਕਹਿੰਦਾ ਕਿ ਸ਼ਾਇਦ ਲੇਖ ਵੱਡੇ ਹੋਣਗੇ, ਫਿਰ ਦੂਜੇ ਸਾਧੂ ਦੀ ਜਦੋਂ ਗੱਲ ਸੁਣੀ ਕਹਿੰਦਾ ਨਹੀਂ, ਸ਼ਾਇਦ ਕਰਮ ਹੀ ਵੱਡਾ ਹੋਵੇਗਾ। ਹੁਣ ਜਦੋਂ ਖੁਦ ਉਹ ਚਿੰਤਤ ਹੋ ਗਿਆ, ਖੁਦ ਉਸਨੂੰ ਕੋਈ ਸਮਝ ਨਾ ਆਵੇ, ਉਗ ਸੁਗਨਾ ਨਿਕਲੇ ਕਿ ਮੈਂ ਕੀ ਉੱਤਰ ਦਿਆਂ ਇਸ ਗੱਲ ਦਾ। ਫਿਰ ਉਸਨੇ ਕਿਹਾ ਕਿ ਦੇਖੋ ਰਾਜੇ ਬਹਿਰਾਮ ਬਾਰੇ ਤੁਹਾਡੇ ਕੀ ਵਿਚਾਰ ਨੇ, ਪਹਿਲਾਂ ਮੈਨੂੰ ਇਹ ਦੱਸਿਓ, ਫਿਰ ਤੁਹਾਨੂੰ ਮੈਂ ਇੱਕ ਚੰਗਾ ਹੱਲ ਦੱਸਾਂਗਾ। ਉਹ ਕਹਿੰਦੇ ਕਿ ਰਾਜਾ ਬਹਿਰਾਮ ਬੜਾ ਹੀ ਨਿਆਂ ਪਸੰਦ ਰਾਜਾ ਹੈ। ਸਾਰੀ ਪ੍ਰਜਾ ਉਸ ਤੋਂ ਖੁਸ਼ ਹੈ। ਦੂਰ ਦੂਰ ਤੱਕ ਉਸ ਦੇ ਚਰਚੇ ਨੇ। ਦੂਜੇ ਰਾਜਾਂ ਦੇ ਨਗਰਾਂ ਵਿੱਚ ਵੀ ਉਸ ਦੀ ਖੂਬ ਚਰਚਾ ਹੁੰਦੀ ਹੈ, ਲੋਕ ਉਸ ਦੀ ਪ੍ਰਸ਼ੰਸਾ ਕਰਦੇ ਨੇ। ਇਹ ਗੱਲ ਸੁਣ ਕੇ ਰਾਜਾ ਬਹਿਰਾਮ ਇੱਕ ਸੰਤੁਸ਼ਟੀ ਜੇ ਨਾਲ ਚੰਗਾ ਮਹਿਸੂਸ ਕਰਦਾ ਹੋਇਆ ਕਹਿਣ ਲੱਗਾ, ਫਿਰ ਤੁਸੀਂ ਵੀ ਆਪਦੀ ਚਿੰਤਾ ਜਾ ਕੇ ਰਾਜੇ ਦੇ ਅੱਗੇ ਰੱਖ ਦਿਓ। ਰਾਜੇ ਦੇ ਦਰਬਾਰ ਵਿੱਚ ਜਦੋਂ ਇਹ ਸਵਾਲ ਜਾਵੇਗਾ ਤੇ ਇਸ ਸਵਾਲ ਦਾ ਉੱਤਰ ਤੁਹਾਨੂੰ ਮਿਲ ਜਾਵੇਗਾ, ਤੁਹਾਨੂੰ ਚੰਗਾ ਹੱਲ ਕੱਢ ਕੇ ਤੋਰੇਗਾ। ਉਹ ਕਹਿੰਦੇ ਠੀਕ ਹੈ। ਇੰਨੀ ਗੱਲ ਕਹਿ ਕੇ ਰਾਜਾ ਨਗਰ ਦੇ ਵਿੱਚ ਅੱਗੇ ਵੱਲ ਨੂੰ ਤੁਰ ਪਿਆ ਕਿ ਕਿਸੇ ਹੋਰ ਦੀ ਦੁੱਖ ਤਕਲੀਫ ਸੁਣਦਿਆਂ ਕੀ ਦੇਖਦਾ ਹੈ ਕਿ ਇੱਕ ਨੁੱਕਰ ਦੇ ਉੱਪਰ ਇੱਕ ਦੀਵਾ ਜਗ ਰਿਹਾ ਹੈ, ਪਰ ਉਸ ਘਰ ਦੇ ਅੰਦਰੋਂ ਕਿਸੇ ਦੇ ਰੋਣ ਦੀ ਆਵਾਜ਼ ਆਉਂਦੀ ਹੈ। ਰਾਜੇ ਨੇ ਜਾ ਕੇ ਬੂਹਾ ਖੜਕਾਇਆ। ਅੱਗੋਂ ਦੋ ਸੱਜਣ ਆਏ, ਇੱਕ ਔਰਤ ਤੇ ਇੱਕ ਮਰਦ, ਜੋ ਉੱਚੀ ਉੱਚੀ ਰੋ ਰਹੇ ਸਨ। ਰਾਜੇ ਨੇ ਜਾ ਕੇ ਕਿਹਾ ਕਿ ਮੈਂ ਤੁਹਾਡੀ ਕੋਈ ਮਦਦ ਕਰ ਸਕਦਾ ਹਾਂ। ਤਾਂ ਉਹਨੂੰ ਉੱਤਰ ਮਿਲਿਆ ਕਿ ਤੂੰ ਕਿਹੜਾ ਕੋਈ ਰਾਜਾ ਬਹਿਰਾਮ ਹੈ ਜੋ ਸਾਡੀ ਮਦਦ ਕਰੇਗਾ। ਉਹ ਦੱਸ ਤਾਂ ਦੇਣਾ ਚਾਹੁੰਦਾ ਸੀ ਪਰ ਉਸਨੇ ਦੱਸਿਆ ਨਹੀਂ। ਪਰ ਉਹ ਉੱਤਰ ਦਿੰਦਾ ਹੈ ਕਿ ਨਹੀਂ ਭਾਈ, ਮੈਂ ਜਿੰਨੇ ਜੋਗਾ ਹਾਂ ਮੈਂ ਤੁਹਾਡੀ ਮੁਸ਼ਕਲ ਦਾ ਨਿਵਾਰਨ ਕਰਾਵਾਂਗਾ। ਫਿਰ ਉਹਨਾਂ ਨੇ ਉਸ ਨੂੰ ਕਿਹਾ ਕਿ ਸਾਡੇ ਕੋਲ 10 ਸਾਲ ਤੱਕ ਸੰਤਾਨ ਨਹੀਂ ਸੀ ਹੋਈ, ਅਸੀਂ ਦਰ ਦਰ ਤੇ ਠੋਕਰਾਂ ਖਾਧੀਆਂ। ਫਿਰ ਸਾਨੂੰ ਕਿਸੇ ਨੇ ਦੱਸਿਆ ਕਿ ਨਾਗ ਦੇਵਤਾ ਦੀ ਪੂਜਾ ਕਰ, ਉਹ ਤੈਨੂੰ ਸੰਤਾਨ ਦੇਵੇਗਾ। ਫਿਰ ਅਸੀਂ ਉਸ ਦੀ ਪੂਜਾ ਕੀਤੀ ਤੇ ਉਸਨੇ ਸਾਨੂੰ ਕਿਹਾ ਕਿ ਤੁਹਾਡੇ ਲੇਖਾਂ ਦੇ ਵਿੱਚ ਸੰਤਾਨ ਦਾ ਸੁੱਖ ਨਹੀਂ। ਤੇ ਜਦੋਂ ਮੈਂ ਬਹੁਤ ਜ਼ਿਆਦਾ ਜਿੱਦ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਤੁਹਾਨੂੰ ਸੰਤਾਨ ਦੇ ਤਾਂ ਦਿਆਂਗਾ, ਪਰ ਜਦੋਂ ਤੁਹਾਡਾ ਪੁੱਤਰ 12 ਸਾਲਾਂ ਦਾ ਹੋ ਗਿਆ ਤੇ ਉਸਨੂੰ ਸੱਪ ਡਸ ਲਵੇਗਾ। ਤੇ ਅੱਜ ਸਾਡਾ ਪੁੱਤਰ 12 ਸਾਲਾਂ ਦਾ ਹੋ ਗਿਆ ਹੈ, ਅੱਜ ਉਸਨੂੰ ਸੱਪ ਨੇ ਡਸਣ ਆਉਣਾ ਹੈ। ਹੁਣ ਇਹ ਗੱਲ ਸੁਣ ਕੇ ਰਾਜਾ ਬਹਿਰਾਮ ਇੱਕ ਵਾਰ ਫਿਰ ਤੋਂ ਚਿੰਤਾ ਦੇ ਵਿੱਚ ਪੈ ਗਿਆ ਕਿ ਇਹ ਗੱਲ ਤਾਂ ਫਿਰ ਲੇਖਾਂ ਦੇ ਨਾਲ ਸੰਬੰਧਿਤ ਹੈ। ਅੱਜ ਇਸ ਗੱਲ ਦਾ ਵੀ ਉੱਤਰ ਮਿਲ ਜਾਵੇਗਾ ਕਿ ਲੇਖ ਵੱਡੇ ਨੇ ਜਾਂ ਕਰਮ। ਉਹਨਾਂ ਨੂੰ ਕਹਿੰਦਾ ਕਿ ਤੁਸੀਂ ਇਸ ਤਰ੍ਹਾਂ ਕਰੋ, ਬੱਚੇ ਨੂੰ ਸੌਣ ਦੇ ਲਈ ਇੱਕ ਕਮਰੇ ਦੇ ਵਿੱਚ ਪਾ ਦਿਓ। ਉਸ ਕਮਰੇ ਦੇ ਵਿੱਚ ਥਾਂ ਥਾਂ ਤੇ ਫੁੱਲ ਵਿਛਾ ਦਿਓ, ਥਾਂ ਥਾਂ ਤੇ ਕਟੋਰੀਆਂ ਰੱਖ ਦਿਓ ਭਰ ਕੇ ਦੁੱਧ ਦੀਆਂ। ਥੋੜ੍ਹੀ ਥੋੜ੍ਹੀ ਦੂਰੀ ਤੇ ਤੁਸੀਂ ਕੁਛ ਦੀਵੇ ਜਗਾ ਦਿਓ। ਰਾਜੇ ਨੂੰ ਕਿਸੇ ਨੇ ਦੱਸਿਆ ਸੀ ਕਿ ਸੱਪ ਇਸ ਤਰੀਕੇ ਕਰਨ ਦੇ ਨਾਲ ਖੁਸ਼ ਹੋ ਜਾਂਦਾ ਹੈ। ਉਹ ਕਹਿੰਦੇ ਕਿ ਤੁਸੀਂ ਜੋ ਵੀ ਹੋ, ਕਿਉਂਕਿ ਉਹਨਾਂ ਲਈ ਉਹ ਅਜਨਬੀ ਸੀ, ਤੁਸੀਂ ਜੋ ਵੀ ਹੋ, ਤੁਸੀਂ ਸਾਡੀ ਮਦਦ ਕਰਨ ਦੇ ਚਾਹਵਾਨ ਹੋ,
ਪਰ ਅਸੀਂ ਜੋ ਕੁਛ ਮਰਜ਼ੀ ਕਰ ਲਈਏ, ਲੇਖਾਂ ਦਾ ਜੋ ਲਿਖਿਆ ਹੋਇਆ ਹੈ ਉਹ ਬਦਲ ਨਹੀਂ ਸਕਦਾ। ਉਹ ਕਹਿੰਦਾ ਨਹੀਂ, ਤੁਸੀਂ ਮੇਰੀ ਮੰਨੋ, ਸ਼ਾਇਦ ਬਦਲ ਜਾਵੇ, ਇੱਕ ਉਮੀਦ ਲੈ ਕੇ ਚੱਲੋ। ਉਹਨਾਂ ਨੇ ਉਵੇਂ ਕੀਤਾ ਜਿਵੇਂ ਰਾਜੇ ਨੇ ਉਹਨਾਂ ਨੂੰ ਦੱਸਿਆ। ਇਸੇ ਤਰੀਕੇ ਨਾਲ ਹੋਇਆ ਕਿ ਰਾਤ ਨੂੰ 12 ਵਜੇ ਉਹ ਨਾਗ ਉੱਥੇ ਪਹੁੰਚ ਗਿਆ। ਨਾਗ ਇੱਕ ਇੱਕ ਕਟੋਰੀ ਦੇ ਵਿੱਚੋਂ ਦੁੱਧ ਪੀਂਦਾ ਜਾਂਦਾ ਹੈ। ਜਿਹੜੀ ਦੀਵਿਆਂ ਦੀ ਲौ ਉਸ ਨੂੰ ਵੇਖ ਕੇ ਮਸਤਦਾ ਜਾਂਦਾ ਹੈ। ਜਦੋਂ 2-3 ਕਟੋਰੀਆਂ ਖਾਲੀ ਕਰ ਦਿੱਤੀਆਂ, ਫਿਰ ਉਸਨੇ ਆਵਾਜ਼ ਲਗਾ ਕੇ ਕਿਹਾ ਕਿ ਮੈਂ ਬੜਾ ਪ੍ਰਸੰਨ ਹੋਇਆ, ਦੱਸੋ ਮੈਂ ਕੀ ਸੇਵਾ ਕਰ ਸਕਦਾ। ਤੇ ਰਾਜਾ ਤੇ ਉਸ ਬੱਚੇ ਦੇ ਮਾਂ-ਪਿਓ ਤਿੰਨੇ ਉਸ ਸੱਪ ਦੇ ਕੋਲੇ ਚਲੇ ਗਏ। ਉਸ ਬੱਚੇ ਦੇ ਪਿਓ ਨੇ ਕਿਹਾ ਕਿ ਮੈਨੂੰ ਚਾਹੀਦਾ ਕੁਛ ਨਹੀਂ, ਮੇਰੀ ਇੱਕ ਬੇਨਤੀ ਹੈ ਕਿ ਮੇਰੇ ਬੱਚੇ ਦੀ ਜਾਨ ਬਖਸ਼ ਦੇ। ਉਹ ਕਹਿੰਦਾ ਨਹੀਂ, ਮੈਨੂੰ ਬਹੁਤ ਸਖਤ ਹੁਕਮ ਹੋਇਆ, ਮੈਂ ਇਹ ਨਹੀਂ ਕਰ ਸਕਦਾ। ਉਸ ਬੱਚੇ ਦਾ ਪਿਓ ਦੇ ਨਾਲ ਜਿੱਦੇ ਪੈ ਗਿਆ। ਉਹ ਕਹਿੰਦਾ ਠੀਕ ਹੈ, ਮੇਰੇ ਸਵਾਮੀ ਨੇ ਜੋ ਮੈਨੂੰ ਸਜ਼ਾ ਲਾਉਣੀ ਹੋਈ, ਜੋ ਮੈਨੂੰ ਦੰਡ ਦੇਣਾ ਹੋਇਆ ਦੇ ਦੇਵੇਗਾ, ਪਰ ਮੈਂ ਬੱਚੇ ਦੀ ਜਾਨ ਬਖਸ਼ ਜਾਣਾ। ਇੰਨੀ ਗੱਲ ਕਹਿ ਕੇ ਉਹ ਉੱਥੋਂ ਬਾਹਰ ਹੋ ਗਿਆ। ਰਾਜੇ ਬਹਿਰਾਮ ਨੇ ਉਸ ਪਰਿਵਾਰ ਤੋਂ ਆਗਿਆ ਲਈ ਤੇ ਘਰ ਜਾ ਕੇ ਬਹੁਤ ਸੰਤੁਸ਼ਟੀ ਨਾਲ ਆਪਣੀ ਨੀਂਦ ਸੁੱਤਾ। ਜਦੋਂ ਸੌਂ ਰਿਹਾ ਸੀ, ਉਦੋਂ ਉਸਦੇ ਸੁਪਨੇ ਵਿੱਚ ਉਹੀ ਨਾਗ ਦੇਵਤਾ ਆਇਆ ਤੇ ਉਸਨੇ ਕਿਹਾ ਕਿ ਤੂੰ ਬਹੁਤ ਗਲਤ ਕੀਤਾ ਹੈ, ਤੂੰ ਲੇਖਾਂ ਦਾ ਲਿਖਿਆ ਹੋਇਆ ਟਾਲ ਦਿੱਤਾ ਹੈ, ਤੈਨੂੰ ਇਸ ਦੀ ਸਜ਼ਾ ਕਿਤੇ ਨਾ ਕਿਤੇ ਜ਼ਰੂਰ ਭੁਗਤਣੀ ਪਵੇਗੀ। ਅਗਲੇ ਦਿਨ ਜਦੋਂ ਰਾਜਾ ਉੱਠਿਆ, ਦਰਬਾਰ ਲਗਾਇਆ। ਦਰਬਾਰ ਦੇ ਵਿੱਚ ਉਹੀ 2 ਸਾਧੂ ਆਪਣਾ ਮੁਕੱਦਮਾ ਲੈ ਕੇ ਆ ਗਏ। ਰਾਜਾ ਅਜੇ ਮੁਕੱਦਮਾ ਸੁਣ ਹੀ ਰਿਹਾ ਸੀ ਕਿ ਉਸਦੇ ਪੇਟ ਵਿੱਚ ਕੋਈ ਦਿੱਕਤ ਹੋ ਗਈ। ਉਸਨੇ ਆਪਣੇ ਨਾਲ 2 ਸਿਪਾਹੀਆਂ ਨੂੰ ਲਿਆ ਅਤੇ ਜੰਗਲ ਵੱਲ ਨੂੰ ਚਲਿਆ ਗਿਆ, ਜੰਗਲ ਪਾਣੀ ਦੇ ਲਈ। ਅਚਾਨਕ ਉੱਥੇ ਉਹਦੇ ਨਾਲ ਐਸੀ ਘਟਨਾ ਵਾਪਰੀ ਕਿ ਉਸਨੂੰ ਇੱਕ ਬਹੁਤ ਵਿਸ਼ਾਲ ਪੰਛੀ ਨੇ ਚੁੱਕਿਆ। ਬਹੁਤ ਦੇਰ ਉਹ ਉੱਡਦਾ ਰਿਹਾ ਤੇ ਕਿਸੇ ਬਹੁਤ ਦੂਰ ਦਰੇਡੇ ਦੇ ਜੰਗਲਾਂ ਦੇ ਵਿੱਚ ਉਸਨੂੰ ਸੁੱਟ ਗਿਆ, ਜਿੱਥੇ ਬਹੁਤ ਜ਼ਿਆਦਾ ਸੱਪ ਸਨ, ਨਾਗ ਸਨ। ਹੁਣ ਰਾਜਾ ਬਹਿਰਾਮ ਬਹੁਤ ਉੱਚੇ ਦਰਖਤ ਦੇ ਉੱਤੇ ਚੜ੍ਹ ਕੇ ਬੈਠ ਗਿਆ। 2-4 ਦਿਨ ਉਸਨੇ ਇੰਤਜ਼ਾਰ ਕੀਤਾ। ਰੋਜ਼ ਉਸਨੂੰ ਭੁੱਖ ਲੱਗਦੀ, ਪਰ ਪੱਤੇ ਖਾ ਕੇ ਉਹ ਗੁਜ਼ਾਰਾ ਕਰ ਲੈਂਦਾ। ਫਿਰ ਇੱਕ ਦਿਨ ਇੱਕ ਲੱਕੜਹਾਰਾ ਉਸਨੂੰ ਦਿਸਿਆ। ਲੱਕੜਹਾਰੇ ਨੂੰ ਉਸਨੇ ਕੋਲ ਬੁਲਾ ਲਿਆ। ਲੱਕੜਹਾਰੇ ਨੇ ਉਸਨੂੰ ਮਦਦ ਕੀਤੀ, ਉਸਨੂੰ ਉਤਾਰ ਕੇ ਘਰ ਲੈ ਗਿਆ। ਲੱਕੜਹਾਰੇ ਨੇ ਕਿਹਾ ਕਿ ਮੇਰੇ ਨਾਲ ਤੂੰ ਕੰਮ ਤੇ ਜਾਇਆ ਕਰ। ਲੱਕੜਹਾਰੇ ਦੇ ਨਾਲ ਉਹ ਕੰਮ ਤੇ ਜਾਣ ਲੱਗਿਆ। ਲੱਕੜਹਾਰਾ ਉਸਨੂੰ ਖਾਣ ਜੋਗਾ ਕੁਛ ਦੇ ਦਿੰਦਾ। ਸੌਣ ਲਈ ਉਸਨੇ ਇੱਕ ਛੱਤ ਦੇ ਦਿੱਤੀ। ਇੱਕ ਦੇਸ਼ ਦਾ ਰਾਜਾ ਹੁਣ ਇਸ ਵੇਲੇ ਮਹਿਜ ਇੱਕ ਲੱਕੜਹਾਰਾ ਬਣ ਕੇ ਰਹਿ ਗਿਆ। ਇਸੇ ਤਰ੍ਹਾਂ ਇੱਕ ਦਿਨ ਉਸਨੇ ਗਲੀ ਦੇ ਵਿੱਚ ਚਰਚਾ ਹੁੰਦੀ ਸੁਣੀ। ਇੱਕ ਬਹੁਤ ਉੱਚੀ ਬੰਦਾ ਹੋਕਾ ਦੇ ਕੇ ਕਹਿ ਰਿਹਾ ਸੀ ਕਿ ਜੋ ਰਾਜੇ ਦੀ ਮਦਦ ਕਰੇਗਾ, ਰਾਜਾ ਉਸਨੂੰ ਵੱਡਾ ਉਪਹਾਰ ਦੇਵੇਗਾ। ਇਹ ਗੱਲ ਰਾਜੇ ਬਹਿਰਾਮ ਨੇ ਸੁਣ ਲਈ, ਜੋ ਇੱਕ ਮਜ਼ਦੂਰ ਸੀ ਲੱਕੜਹਾਰੇ ਦੇ ਘਰ। ਉਸਨੇ ਉਸਨੂੰ ਰੋਕ ਕੇ ਪੁੱਛਿਆ ਕਿ ਭਾਈ ਕਿਵੇਂ ਮਦਦ ਕਰਨੀ ਹੈ ਰਾਜੇ ਦੀ। ਉਹ ਕਹਿੰਦਾ ਕਿ ਰਾਜੇ ਦੇ ਕੋਲ ਇੱਕ ਮੁਕੱਦਮਾ ਆਇਆ ਹੈ। ਦੂਰੋਂ ਲੋਕ ਆਏ ਨੇ, ਪਰ ਉਸ ਮੁਕੱਦਮੇ ਦਾ ਹੱਲ ਨਹੀਂ ਮਿਲਿਆ। ਕੋਈ ਵੀ ਬੰਦਾ ਰਾਜੇ ਦੇ ਦਰਬਾਰ ਜਾ ਸਕਦਾ ਹੈ ਤੇ ਉਹ ਹੱਲ ਕਰਵਾ ਸਕਦਾ ਹੈ। ਜਿਹੜਾ ਉਸ ਦਾ ਹੱਲ ਕਰਵਾਵੇਗਾ, ਉਸ ਨੂੰ ਰਾਜਾ ਚੰਗਾ ਵਧੀਆ ਇਨਾਮ ਦੇਵੇਗਾ। ਹੁਣ ਰਾਜਾ ਬਹਿਰਾਮ ਇੱਕ ਦਿਨ ਦੀ ਛੁੱਟੀ ਕਰਕੇ ਉਸ ਲੱਕੜਹਾਰੇ ਦੇ ਕੋਲੋਂ ਰਾਜ ਦਰਬਾਰ ਜਾ ਪਹੁੰਚਾ। ਉੱਥੋਂ ਦਾ ਰਾਜਾ ਸ਼ਪੂਰ ਸੀ। ਰਾਜੇ ਸ਼ਪੂਰ ਦੇ ਕੋਲੇ ਜਦੋਂ ਲੱਕੜਹਾਰਾ ਗਿਆ, ਜੋ ਅਸਲ ਦੇ ਵਿੱਚ ਰਾਜਾ ਬਹਿਰਾਮ ਸੀ, ਉਸਨੇ ਜਾ ਕੇ ਪੁੱਛਿਆ ਕਿ ਜੀ ਮਹਾਰਾਜ, ਕੀ ਤੁਹਾਡੀ ਮਦਦ ਕਰ ਸਕਦਾ? ਤਾਂ ਰਾਜਾ ਸ਼ਪੂਰ ਨੇ ਕਿਹਾ ਕਿ ਪਿਛਲੇ ਕਈ ਮਹੀਨਿਆਂ ਤੋਂ ਇੱਕ ਮੁਕੱਦਮਾ ਲਟਕਿਆ ਆ ਰਿਹਾ ਹੈ। ਮੈਨੂੰ ਸਮਝ ਨਹੀਂ ਆਉਂਦੀ ਇਸ ਦਾ ਕੀ ਉੱਤਰ ਦਿਆਂ। ਪਹਿਲਾਂ ਤਾਂ ਮੈਂ ਤੇਰੀ ਵੇਸ਼ਭੂਸ਼ਾ ਤੇ ਹੈਰਾਨ ਆ। ਮੈਨੂੰ ਸ਼ੱਕ ਹੈ ਕਿ ਤੂੰ ਇਸ ਦਾ ਉੱਤਰ ਦੇ ਵੀ ਸਕੇਗਾ ਕਿ ਨਹੀਂ। ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਤੂੰ ਸਵਾਲ ਵੀ ਨਹੀਂ ਸਮਝ ਪਾਏਗਾ। ਪਰ ਉਸਨੇ ਕਿਹਾ ਕਿ ਨਹੀਂ, ਹਰੇਕ ਬੰਦੇ ਨੂੰ ਇਸ ਤਰੀਕੇ ਦੇ ਨਾਲ ਨਾ ਤੁਸੀਂ ਦੇਖੋ। ਹਰੇਕ ਬੰਦੇ ਦੇ ਗਿਆਨ ਦੀ ਕਦਰ ਕਰਿਆ ਕਰੋ, ਕੱਪੜਿਆਂ ਦੀ ਨਹੀਂ। ਰਾਜੇ ਨੂੰ ਗੱਲ ਠੀਕ ਲੱਗੀ। ਰਾਜੇ ਨੇ ਆਪਣਾ ਸਵਾਲ ਉਸਦੇ ਅੱਗੇ ਰੱਖ ਦਿੱਤਾ। ਤਾਂ ਅੱਗੋਂ ਉੱਤਰ ਮਿਲਦਾ ਹੈ ਕਿ ਮੈਂ ਤੁਹਾਨੂੰ ਦੱਸਦਾ ਕਿ ਕਰਮ ਵੱਡਾ ਹੈ, ਲੇਖ ਵੱਡੇ ਨਹੀਂ, ਕਰਮ ਵੱਡਾ ਹੈ। ਰਾਜਾ ਕਹਿੰਦਾ ਕਿ ਇਹ ਕਹਿਣ ਦੀ ਗੱਲ ਨਹੀਂ, ਇਹ ਤਾਂ ਇੱਥੇ ਤੁਹਾਨੂੰ ਸਿੱਧ ਕਰਨਾ ਪਵੇਗਾ, ਇਸ ਦਾ ਪ੍ਰਮਾਣ ਵੀ ਚਾਹੀਦਾ ਹੈ। ਤਾਂ ਉਹ ਕਹਿੰਦਾ ਕਿ ਪ੍ਰਮਾਣ ਤੁਹਾਨੂੰ ਮੈਂ ਦੱਸਦਾ ਹਾਂ। ਉਸਨੇ ਆਪਣੇ ਨਾਲ ਜਿਹੜੀ ਕਹਾਣੀ ਬੀਤੀ ਸੀ ਉਹ ਸੁਣਾ ਦਿੱਤੀ ਕਿ ਕਿਵੇਂ ਇੱਕ ਬੱਚੇ ਨੂੰ ਸੱਪ ਨੇ ਡਸ ਲੈਣਾ ਸੀ। ਸਾਰੇ ਦਰਬਾਰ ਵਿੱਚ ਬੈਠਿਆਂ ਨੇ ਮੰਨ ਲਿਆ। ਉਹਨਾਂ ਨੂੰ ਪਤਾ ਸੀ, ਉਹਨਾਂ ਨੇ ਇਹ ਗੱਲ ਦੀ ਚਰਚਾ ਸੁਣੀ ਸੀ, ਇਹ ਕਹਿੰਦੇ ਸੱਚ ਵਿੱਚ ਹੋਇਆ। ਰਾਜੇ ਨੇ ਕਹਿ ਦਿੱਤਾ, ਇਸ ਚੀਜ਼ ਦੀ ਹਰੇਕ ਪਾਸੇ ਐਲਾਨ ਹੋ ਗਿਆ ਕਿ ਕਰਮ ਵੱਡਾ ਹੈ, ਲੇਖ ਵੱਡੇ ਨਹੀਂ। ਤੇ ਨਾਲੇ ਰਾਜਾ ਉਸ ਲੱਕੜਹਾਰੇ ਤੋਂ ਪ੍ਰਸੰਨ ਹੋਇਆ। ਦਰਅਸਲ ਜੋ ਰਾਜਾ ਬਹਿਰਾਮ ਸੀ, ਤੇ ਉਸਨੂੰ ਆਪਣੇ ਰਾਜ ਦੇ ਵਿੱਚ ਨੌਕਰੀ ਦਿੱਤੀ। ਥੋੜਾ ਸਮਾਂ ਬਾਅਦ ਉਸਨੂੰ ਮੰਤਰੀ ਬਣਾ ਦਿੱਤਾ। ਹੁਣ ਰਾਜੇ ਬਹਿਰਾਮ ਦੀ ਤੇ ਰਾਜੇ ਸ਼ਾਪੂਰ ਦੀ ਆਪਸ ਵਿੱਚ ਬਹੁਤ ਵਧੀਆ, ਬਹੁਤ ਗਹਿਰੀ ਦੋਸਤੀ ਹੋ ਗਈ। ਇੱਕ ਦਿਨ ਗੱਲਾਂ ਬਾਤਾਂ ਦੇ ਵਿੱਚ ਰਾਜੇ ਸ਼ਾਪੂਰ ਨੇ ਭਰੇ ਦਰਬਾਰ ਦੇ ਵਿੱਚ ਰਾਜੇ ਬਹਿਰਾਮ ਤੋਂ ਪੁੱਛਿਆ ਕਿ ਮੈਨੂੰ ਤੇਰੀਆਂ ਗੱਲਾਂ ਬਾਤਾਂ ਤੋਂ, ਤੇਰੇ ਤੌਰ ਤਰੀਕਿਆਂ ਤੋਂ ਸ਼ੱਕ ਹੁੰਦਾ ਹੈ ਕਿ ਤੂੰ ਕੋਈ ਮਜ਼ਦੂਰ ਨਹੀਂ ਹੈ, ਤੂੰ ਤਾਂ ਕੋਈ ਸੱਚ ਵਿੱਚ ਇੱਕ ਰਾਜਾ ਹੈ।
ਤੂੰ ਸਾਰਾ ਰਾਜ ਭਾਗ ਇਕੱਲਾ ਸਾਂਭੀ ਫਿਰਦਾ ਹੈ। ਤੂੰ ਕਦੀ ਮੈਥੋਂ ਵੀ ਸਲਾਹ ਨਹੀਂ ਮੰਗੀ। ਤੂੰ ਹਰ ਕੰਮ ਬਹੁਤ ਬਿਹਤਰ ਢੰਗ ਨਾਲ ਕਰਦਾ ਹੈ। ਤੂੰ ਮੈਨੂੰ ਦੱਸ ਅਸਲ ਦੇ ਵਿੱਚ ਕੌਣ ਹੈ? ਤਾਂ ਭਰੇ ਦਰਬਾਰ ਦੇ ਅੱਗੇ ਉਸਨੇ ਦੱਸਿਆ ਕਿ ਮੈਂ ਰਾਜਾ ਬਹਿਰਾਮ ਹਾਂ, ਮੇਰੇ ਨਾਲ ਆਹ ਵਾਪਰੀ। ਮੈਨੂੰ ਅਜੇ ਨਹੀਂ ਪਤਾ ਕਿ ਮੈਂ ਕਿੱਥੇ ਜਾਣਾ ਹੈ, ਮੇਰਾ ਰਾਜ ਕਿੰਨੀ ਕੁ ਦੂਰ ਹੈ, ਮੈਨੂੰ ਉਹ ਪੰਛੀ ਕਿਹੜਾ ਸੀ ਜਿਹੜਾ ਮੈਨੂੰ ਚੁੱਕ ਕੇ ਇੱਥੇ ਲੈ ਆਇਆ। ਉਸ ਤੋਂ ਬਾਅਦ ਰਾਜੇ ਸ਼ਾਪੂਰ ਨੇ ਉਸ ਦੀ ਮਦਦ ਕੀਤੀ, ਉਸਨੂੰ ਉਸਦੇ ਰਾਜ ਤੱਕ ਪਹੁੰਚਦਾ ਕਰ ਦਿੱਤਾ। ਜਿਵੇਂ ਹੀ ਉਹ ਰਾਜ ਦੇ ਵਿੱਚ ਪਹੁੰਚਿਆ, ਅੱਗੋਂ ਸਿਪਾਹੀ ਕਹਿਣ ਲੱਗੇ ਕਿ ਤੁਸੀਂ ਤਾਂ 5 ਮਿੰਟਾਂ ਦਾ ਕਹਿ ਕੇ ਗਏ ਸੀ, ਤੁਸੀਂ ਕਾਫੀ ਸਮਾਂ ਲੈ ਗਏ, ਘੰਟੇ ਤੋਂ ਉੱਪਰ ਹੋ ਗਿਆ। ਸਾਧੂ ਅਜੇ ਵੀ ਦਰਬਾਰ ਦੇ ਵਿੱਚ ਖੜੇ ਹਨ, ਇਹਨਾਂ ਨੂੰ ਕੀ ਉੱਤਰ ਦੇਈਏ? ਰਾਜਾ ਬੜਾ ਹੈਰਾਨ ਹੋਇਆ ਕਿ ਮੈਂ ਤਾਂ ਪੂਰਾ ਇੱਕ ਯੁੱਗ ਦੇਖ ਆਇਆ ਹਾਂ, ਇਹ ਕਹਿੰਦੇ ਕਿ ਮੈਂ ਇੱਕ ਘੰਟੇ ਦੇ ਵਿੱਚ ਵਾਪਸ ਆ ਗਿਆ ਹਾਂ। ਉਹ ਆਪਣੀ ਗੱਦੀ ਦੇ ਉੱਤੇ ਬੈਠਦਾ ਹੋਇਆ ਕਹਿੰਦਾ ਹੈ ਕਿ ਮੇਰਾ ਉੱਤਰ ਉਹੀ ਹੈ ਕਿ ਕਰਮ ਵੱਡੇ ਹੈ, ਲੇਖ ਵੱਡੇ ਨਹੀਂ। ਫਿਰ ਉਸਨੇ ਪ੍ਰਮਾਣ ਦਿੱਤਾ। ਸਾਰੇ ਲੋਕਾਂ ਨੇ ਰਾਜੇ ਦੇ ਫੈਸਲੇ ਤੇ ਤਾੜੀਆਂ ਮਾਰੀਆਂ।